ਹੈਲੋ एवरीवन ATT ਸੈਕਿੰਡ ਪੇਪਰ ਮੈਥ ਦਾ ਅੱਜ ਅਸੀਂ ਨਿਊ ਟੌਪਿਕ ਕਰ ਰਹੇ ਹਾਂ ਸਰਫੇਸ ਏਰੀਆ ਐਂਡ ਵੋਲਿਊਮ। ਸਰਫੇਸ ਏਰੀਆ ਐਂਡ ਵੋਲਿਊਮ ਦਾ ਇਹ ਪਹਿਲਾ ਪਾਰਟ ਹੈ। ਇਹਦੇ ਵਿੱਚ ਅੱਜ ਸਿਰਫ ਆਪਾਂ ਕਿਊਬਾਈਡ, ਕਿਊਬ ਅਤੇ ਸਿਲੰਡਰ ਹੀ ਡਿਸਕਸ ਕਰਾਂਗੇ। ਕਿਊਬਾਈਡ ਹੁੰਦਾ ਘਨਾਵ, ਕਿਊਬ ਹੁੰਦਾ ਘਣ ਅਤੇ ਸਿਲੰਡਰ ਹੁੰਦਾ ਵੇਲਣ। ਤਾਂ ਸਭ ਤੋਂ ਪਹਿਲਾਂ ਆਪਾਂ ਇਹਨਾਂ ਦੀ ਸ਼ੇਪ ਅਤੇ ਇਹਦੇ ਵਿੱਚ ਕਿੰਨੀਆਂ ਐਜਸ ਹੁੰਦੀਆਂ ਨੇ, ਕਿੰਨੇ ਫੇਸਿਸ ਹੁੰਦੇ ਨੇ, ਕਿੰਨੇ ਵਰਟੈਕਸ ਹੁੰਦੇ ਨੇ, ਅਤੇ ਇਹਨਾਂ ਦੀ 2 ਡਾਇਮੈਂਸ਼ਨਲ ਸ਼ੇਪ ਕਿੱਦਾਂ ਦੀ ਹੁੰਦੀ ਆ। ਤਾਂ ਕਿਊਬ ਕਿੱਦਾਂ ਬਣਦਾ ਆ? ਕਿਊਬ ਦੀ ਇਹ ਰਹੀ ਸ਼ੇਪ ਇੱਕ ਬਾਕਸ ਦੀ ਤਰ੍ਹਾਂ ਹੁੰਦਾ ਆ, ਜਿਹਦੇ ਵਿੱਚ ਕੀ ਹੁੰਦੇ ਨੇ 6 ਸਕੁਏਅਰ ਹੁੰਦੇ ਨੇ, ਜਾਂ ਆਪਾਂ ਕਹਿ ਸਕਦੇ ਹਾਂ ਕਿਊਬ ਇੱਕ ਰੂਮ ਦੀ ਤਰ੍ਹਾਂ ਹੁੰਦਾ ਆ, ਜਿਹਦੀਆਂ ਸਾਰੀਆਂ ਵਾਲਸ ਦੀ ਲੈਂਥ, ਬ੍ਰੈਥ ਐਂਡ ਹਾਈਟ ਸੇਮ ਹੁੰਦੀ ਆ। ਤਾਂ ਐਜਸ ਕਿੰਨੀਆਂ ਨੇ 12, ਯਾਨੀ ਕਿ ਇਹਦੀਆਂ ਸਾਈਡ ਕਿੰਨੀਆਂ ਨੇ, ਜਿਵੇਂ ਆਪਣੇ ਰੂਮ ਦੀਆਂ 4 ਉੱਪਰ ਸਾਈਡਸ ਨੇ, 4 ਟੇਢੀਆਂ ਕੰਧਾਂ ਅਤੇ 4 ਫਲੋਰ ਦੀਆਂ, ਇੱਦਾਂ ਆਪਣੇ ਕੋਲ 12 ਐਜਸ ਨੇ, ਜਿਵੇਂ ਇਹ 4 ਉੱਪਰ, 4 ਨੀਚੇ, 4 ਇੱਧਰ ਵਾਲੀਆਂ ਅਤੇ 4 ਇੱਧਰ ਵਾਲੀਆਂ। ਫੇਸਿਸ ਹੁੰਦੇ ਨੇ ਚਿਹਰੇ, ਕਿੰਨੇ ਚਿਹਰੇ ਨੇ 6 ਚਿਹਰੇ ਨੇ, ਜਾਂ ਆਪਾਂ ਕਹਿ ਸਕਦੇ ਹਾਂ ਵੀ ਕਿੰਨੇ ਇਹਦੇ ਵਿੱਚ ਵਰਗ ਬਣਦੇ ਨੇ, ਤਾਂ 6 ਵਰਗ ਬਣਦੇ ਨੇ। ਵਰਟੈਕਸ ਹੁੰਦੇ ਨੇ ਕਿਨਾਰੇ, ਜਾਂ ਆਪਾਂ ਕਹਿ ਸਕਦੇ ਹਾਂ ਸਿਖਰ। ਸਿਖਰ ਕਿੰਨੇ ਨੇ ਇਹਦੇ ਵਿੱਚ 8 ਸਿਖਰ ਨੇ। 2D ਸ਼ੇਪ ਦਾ ਮਤਲਬ ਜੇ ਆਪਾਂ ਹੁਣ ਇਹਦਾ ਸਰਫੇਸ ਏਰੀਆ ਫਾਈਂਡ ਕਰਨਾ, ਇੱਕ ਸਕੁਏਅਰ ਦਾ ਏਰੀਆ ਕਿੰਨਾ ਹੁੰਦਾ, ਸਾਈਡ ਮਲਟੀਪਲਾਈ ਸਾਈਡ, ਯਾਨੀ ਕਿ ਸਾਈਡ ਦਾ ਸਕੁਏਅਰ। ਤਾਂ ਕਿਊਬ ਦਾ ਏਰੀਆ ਕੀ ਹੋਊਗਾ, 6 ਫੇਸਿਸ ਨੇ, ਇੱਕ ਫੇਸ ਦਾ ਏਰੀਆ ਸਾਈਡ ਸਕੁਏਅਰ ਆ, ਤਾਂ 6 ਫੇਸ ਦਾ ਏਰੀਆ ਕਿੰਨਾ ਹੋ ਜਾਊਗਾ 6A ਸਕੁਏਅਰ। ਨੈਕਸਟ ਇਜ਼ ਘਨਾਵ ਜਾਂ ਕਿਊਬੋਇਡ। ਕਿਊਬੋਇਡ ਦੇ ਸੇਮ 12 ਹੀ ਐਜਸ ਨੇ, 6 ਫੇਸ ਨੇ, 8 ਵਰਟੈਕਸ ਨੇ, ਬਟ ਇਹ ਕਿਹਦੇ ਤੋਂ ਬਣਿਆ ਗਿਆ ਆ, ਇੱਕ ਆਇਤ ਤੋਂ ਬਣਾਇਆ ਗਿਆ। ਤਾਂ ਇਹਦੀਆਂ ਜਿਹੜੀਆਂ ਕਿੰਨੇ ਆਇਤ ਨੇ ਇਹਦੇ ਵਿੱਚ, ਇੱਕ ਅੱਗੇ ਵਾਲੀ, ਇਹਨੂੰ ਵੀ ਆਪਾਂ ਰੂਮ ਦੀ ਤਰ੍ਹਾਂ ਦੇਖ ਸਕਦੇ ਹਾਂ। ਜਿਵੇਂ ਆਪਣੇ ਕੋਲ ਸਪੋਜ਼ ਕਰ ਲਓ ਕੋਈ ਲੌਂਗ ਹਾਲ ਦਿੱਤਾ ਹੋਇਆ, ਤਾਂ ਹਾਲ ਦੀਆਂ ਆਪਣੇ ਕੋਲ ਅੱਗੇ ਵਾਲੀ ਕੰਧ ਅਤੇ ਪਿੱਛੇ ਵਾਲੀ ਕੰਧ ਕੀ ਬਣਦੀ ਹੋਈ ਆ, ਇੱਕ ਆਇਤ ਬਣਦੀ ਆ। ਟੋਪ ਅਤੇ ਫਲੋਰ ਵੀ ਕੀ ਬਣਦਾ ਪਿਆ, ਇੱਕ ਆਇਤ ਬਣਦਾ ਪਿਆ, ਅਤੇ ਸਾਈਡਾਂ ਵਾਲੀਆਂ ਜਿਹੜੀਆਂ 2 ਕੰਧਾਂ ਨੇ ਉਹ ਕੀ ਬਣਦੀਆਂ ਪਈਆਂ ਨੇ, ਸਕੁਏਅਰ ਬਣਦੀਆਂ ਪਈਆਂ। ਯਾਨੀ ਕਿ ਕਿਊਬਾਇਡ ਕਿੱਦਾਂ ਬਣਿਆ ਆ, 4 ਆਇਤ ਤੋਂ ਬਣਿਆ, ਰੈਕਟੈਂਗਲ ਨੂੰ ਪੰਜਾਬੀ ਵਿੱਚ ਆਇਤ ਆਉਂਦੇ ਨੇ, ਅਤੇ 2 ਸਕੁਏਅਰ ਯਾਨੀ ਕਿ 2 ਵਰਗ ਤੋਂ ਬਣਿਆ। ਨੈਕਸਟ ਇਜ਼ ਸਿਲੰਡਰ। ਸਿਲੰਡਰ ਦਾ ਮਤਲਬ ਕੀ ਆ, ਵੇਲਣ। ਇਹਦੇ ਵਿੱਚ ਕਿੰਨੀਆਂ ਐਜਸ ਨੇ, 2 ਐਜਸ ਨੇ, ਇੱਕ ਉੱਪਰ ਵਾਲੀ ਅਤੇ ਇੱਕ ਆ ਨੀਚੇ ਵਾਲੀ। ਫੇਸ ਕਿੰਨੇ ਨੇ, 3 ਫੇਸ ਨੇ। ਫੇਸ ਕਿਹੜੇ ਕਿਹੜੇ ਨੇ, ਇੱਕ ਤਾਂ ਰੈਕਟੈਂਗਲ ਵਾਲਾ ਅਤੇ 2 ਆਪਣੇ ਕੋਲ ਸਰਕਲ ਵਾਲੇ। ਇਹਦੇ ਵਿੱਚ ਕੋਈ ਵਰਟੈਕਸ ਨਹੀਂ ਹੁੰਦਾ। ਨੈਕਸਟ ਆਪਾਂ ਇਹਨਾਂ ਦੇ ਫੋਰਮੂਲਾਜ਼ ਕਰਦੇ ਹਾਂ, ਜਿੱਥੋਂ ਆਪਾਂ ਨੂੰ ਕੁਐਸਚਨ ਆਉਣਾ ਆ। ਫਸਟ ਆਫ ਆਲ ਆਪਾਂ ਕਿਊਬੋਇਡ ਯਾਨੀ ਕਿ ਘਨਾਵ ਦੇ ਫੋਰਮੂਲਾਜ਼ ਕਰਦੇ ਹਾਂ। ਫਸਟ ਫੋਰਮੂਲਾ ਹੈਗਾ ਘਨਾਵ ਦਾ ਸਰਫੇਸ ਏਰੀਆ। ਹੁਣ ਦੇਖੋ ਆਪਣੇ ਕੋਲ ਘਨਾਵ ਦਾ ਆਪਾਂ ਨੂੰ ਪਤਾ ਕਿ ਘਨਾਵ ਇੱਦਾਂ ਬਣਦੀ ਆ, ਇਹ ਘਨਾਵ ਦੀ ਲੈਂਥ ਆ, ਇਹ ਆਪਣੇ ਕੋਲ ਬ੍ਰੈਥ ਆ, ਇਹ ਆਪਣੇ ਕੋਲ ਹਾਈਟ ਆ। ਸਭ ਤੋਂ ਪਹਿਲਾ ਫੋਰਮੂਲਾ ਦਿੱਤਾ ਹੋਇਆ ਟੋਟਲ ਸਰਫੇਸ ਏਰੀਆ। ਟੋਟਲ ਸਰਫੇਸ ਏਰੀਆ ਦਾ ਫੋਰਮੂਲਾ ਹੈਗਾ 2LB + 2BH + 2LH। ਜੇ ਯਾਦ ਵੀ ਨਹੀਂ ਹੁੰਦਾ ਤਾਂ ਇਹਨੂੰ ਆਪਾਂ ਡਰਾਈਵ ਵੀ ਕਰ ਸਕਦੇ ਹਾਂ। ਡਰਾਈਵ ਕਿੱਦਾਂ ਕਰਨਾ ਆ, ਦੇਖੋ ਪਹਿਲਾਂ ਆਪਾਂ ਇਹਦਾ ਏਰੀਆ ਫਾਈਂਡ ਕਰਦੇ ਹਾਂ, ਜਿਹੜੀ ਮੈਂ ਚੀਜ਼ ਸ਼ੇਡ ਕੀਤੀ ਆ। ਇਹ ਕੀ ਬਣਿਆ, ਇੱਕ ਆਇਤ। ਆਇਤ ਦਾ ਏਰੀਆ ਕੀ ਹੁੰਦਾ, ਲੈਂਥ ਮਲਟੀਪਲਾਈ ਬ੍ਰੈਥ। ਇਹ ਇਹਦੀ ਲੈਂਥ ਦਿੱਤੀ ਹੋਈ ਆ, ਇਹ ਇਹਦੀ ਬ੍ਰੈਥ ਦਿੱਤੀ ਹੋਈ ਆ, ਠੀਕ ਹੈ। ਤਾਂ ਹੁਣ ਜੇ ਇਹਦਾ ਏਰੀਆ LB ਆ, ਤਾਂ ਉੱਪਰ ਟੋਪ ਦਾ ਏਰੀਆ ਵੀ ਕੀ ਹੋਏਗਾ LB। ਤਾਂ ਦੋਨਾਂ ਦਾ ਟੋਟਲ ਏਰੀਆ ਕੀ ਹੋ ਗਿਆ 2LB ਪਲੱਸ। ਹੁਣ ਜਿਹੜੀ ਅੱਗੇ ਵਾਲੀ ਕੰਧ ਆ, ਸਪੋਜ਼ ਕਰ ਲਓ ਅੱਗੇ ਵਾਲੀ ਕੰਧ ਆਪਣੇ ਕੋਲ ਹੈਗੀ ਆ A ਵਾਲੀ, ਤਾਂ ਇਹਦੀ L ਲੈਂਥ ਦਿੱਤੀ ਹੋਈ ਆ, H ਆਪਣੇ ਕੋਲ ਬ੍ਰੈਥ ਦਿੱਤੀ ਹੋਈ ਆ, ਤਾਂ ਇਹਦਾ ਏਰੀਆ ਕੀ ਆਏਗਾ LH। ਮੈਂ ਇੱਕ ਹਾਲ ਦੀ ਐਗਜ਼ਾਮਪਲ ਲੈ ਕੇ ਕਰ ਰਹੀ ਹਾਂ, ਤਾਂ ਪਿਛਲੀ ਵਾਲੀ ਕੰਧ ਦਾ ਏਰੀਆ ਵੀ LH ਹੀ ਆਏਗਾ, ਤਾਂ 2LH ਆ ਗਿਆ। ਹੁਣ ਆਪਾਂ ਇਹ ਟੇਢੀ ਵਾਲੀ ਕੰਧ ਦਾ ਏਰੀਆ ਜੇ ਦੇਖੀਏ, ਤਾਂ ਇਹ ਆਪਣੇ ਕੋਲ ਇਹਦੀ ਬ੍ਰੈਥ ਦਿੱਤੀ ਹੋਈ ਆ, ਹਾਈਟ ਦਿੱਤੀ ਹੋਈ ਆ H, ਅਤੇ ਬ੍ਰੈਥ ਦਿੱਤੀ ਹੋਈ ਆ B। ਤਾਂ ਇਹ ਵੀ ਇੱਕ ਸਕੁਏਅਰ ਜਾਂ ਆਇਤ ਹੀ ਬਣੂਗਾ, ਤਾਂ ਇਹਦਾ ਏਰੀਆ ਵੀ ਕੀ ਹੋਊਗਾ BH। ਤਾਂ ਇਹ ਆਪਣੇ ਕੋਲ ਕੀ ਬਣ ਗਿਆ ਟੋਟਲ ਸਰਫੇਸ ਏਰੀਆ।
ਨੈਕਸਟ ਹੁੰਦਾ ਆ ਕਰਡ ਸਰਫੇਸ ਏਰੀਆ ਜਾਂ ਲੇਟਰਲ ਸਰਫੇਸ ਏਰੀਆ, ਜਾਂ ਜਿਹਨੂੰ ਬੋਲਦੇ ਆ ਵਕਰ ਸਤ੍ਹਾ ਦਾ ਖੇਤਰਫਲ। ਵਕਰ ਸਤ੍ਹਾ ਦੇ ਖੇਤਰਫਲ ਦੇ ਵਿੱਚ ਆਪਾਂ ਟੌਪ ਤੇ ਬੋਟਮ ਇਨਕਲੂਡ ਨਹੀਂ ਕਰਦੇ, ਮਤਲਬ ਟੌਪ ਵੀ ਇਨਕਲੂਡ ਨਹੀਂ ਕਰਦੇ, ਬੋਟਮ ਵੀ ਇਨਕਲੂਡ ਨਹੀਂ ਕਰਦੇ। ਇਟ ਮੀਨਸ ਫਾਰਮੂਲੇ ਦੇ ਵਿੱਚ ਜਿਹੜਾ ਆਪਣਾ ਇਹਦਾ ਏਰੀਆ ਸੀ ਉਹ ਕੀ ਹੋ ਜਾਊਗਾ, ਕੱਟ ਹੋ ਜਾਊਗਾ। ਤਾਂ ਇਟ ਮੀਨਸ ਵਕਰ ਸਤ੍ਹਾ ਦਾ ਖੇਤਰਫਲ ਕੀ ਰਹਿ ਗਿਆ, ਸਿਰਫ ਇਹ ਰਹਿ ਗਿਆ 2BH + 2LH। ਹੁਣ ਦੇਖੋ ਦੋਨਾਂ 'ਚ 2 ਕਾਮਨ ਆ ਅਤੇ H ਵੀ ਕਾਮਨ ਆ। H ਨੂੰ ਮਗਰ ਲਿਖ ਦਿੱਤਾ ਜਾਂਦਾ, ਬ੍ਰੈਕਿਟ 'ਚ ਕੀ ਆ ਜਾਂਦਾ L + B। ਤਾਂ ਸੈਕਿੰਡ ਫਾਰਮੂਲਾ ਹੋ ਗਿਆ ਲੇਟਰਲ ਸਰਫੇਸ ਏਰੀਆ ਆਫ ਕਿਊਬੋਇਡਸ, ਜਾਂ ਆਪਾਂ ਕਹਿ ਸਕਦੇ ਹਾਂ ਵਕਰ ਸਤ੍ਹਾ ਦਾ ਖੇਤਰਫਲ ਘਨਾਭ ਦਾ। ਨੈਕਸਟ ਇਜ਼ ਡਾਇਗਨਲ ਆਫ ਦਾ ਕਿਊਬੋਇਡ। ਜਿਵੇਂ ਆਪਾਂ ਆਇਤ ਦੇ ਵਿੱਚ ਕਹਿ ਦਿੰਦੇ ਸੀ ਕਿ ਸਪੋਜ਼ ਕਰ ਲਓ ਆਹ ਵਾਲਾ ਆਇਤ ਆ, ਇਹਦਾ ਆਪਾਂ ਡਾਇਗਨਲ 90 ਡਿਗਰੀ ਐਂਗਲ ਹੁੰਦਾ ਸੀ। ਪਾਈਥਾਗੋਰਸ ਥਿਊਰਮ ਲਗਾਉਂਦੇ ਸੀ, ਜੇ ਆ L ਦਿੱਤੀ ਆ B ਦਿੱਤੀ ਆ ਤਾਂ ਇਹ ਕੀ ਆ ਜਾਂਦੀ ਸੀ L² + B²। ਸੇਮ ਘਨਾਭ ਦਾ ਜਿਹੜਾ ਵਿਕਰਨ ਆ ਡਾਇਗਨਲ ਆ ਉਹ ਕਿੰਨਾ ਆਊਗਾ L² + B² + H²। ਨੈਕਸਟ ਇਜ਼ ਵੋਲਿਊਮ। ਵੋਲਿਊਮ ਹੁੰਦੀ ਹੈ L × B × H। ਨੈਕਸਟ ਇਜ਼ ਲੈਂਥ ਆਫ 12 ਐਚਸ। 12 ਐਚਸ ਦੀ ਲੈਂਥ ਕੀ ਹੋਊਗੀ ਫਿਰ, ਯਾਨੀ ਕਿ ਇਹਦਾ ਕੀ ਹੋਏਗਾ ਪਰਿਮਾਪ, ਯਾਨੀ ਕਿ ਪੈਰੀਮੀਟਰ, ਯਾਨੀ ਕਿ ਆਲ ਸਾਈਡਸ ਦਾ ਸਮ। ਹੁਣ ਆਪਾਂ ਨੂੰ ਪਤਾ ਕਿਊਬੋਇਡ ਦੇ ਵਿੱਚ ਕਿੰਨੀਆਂ ਸਾਈਡਸ ਨੇ, ਪਹਿਲਾਂ ਆਪਾਂ L ਦੇਖਦੇ ਹਾਂ ਕਿੰਨੀਆਂ, ਇਹ ਵੀ ਲੈਂਥ, ਇਹ ਵੀ ਲੈਂਥ, ਇਹ ਵੀ ਲੈਂਥ ਅਤੇ ਇਹ ਵੀ ਲੈਂਥ। ਇਟ ਮੀਨਸ 4L ਆ ਗਿਆ। ਤਾਂ ਸੇਮ ਕੀ ਹੋਏਗਾ 4B + 4H। ਇਟ ਮੀਨਸ ਲੈਂਥ ਕਿੰਨੀ ਆ ਗਈ ਟੋਟਲ 4 ਕਾਮਨ ਨਿਕਲ ਆਇਆ, 4L + B + H। ਤਾਂ ਇਹ ਸਾਰੇ ਕੀ ਹੋ ਗਏ ਆਪਣੇ ਘਨਾਭ ਦੇ ਫਾਰਮੂਲੇ ਹੋ ਗਏ। ਨੈਕਸਟ ਆਪਾਂ ਕਰਦੇ ਹਾਂ ਕਿਊਬ। ਕਿਊਬ ਵੀ ਕੀ ਆ, ਇੱਕ ਸੇਮ ਕਿਊਬੋਇਡ ਦੀ ਤਰ੍ਹਾਂ ਘਨਾਭ ਦੀ ਤਰ੍ਹਾਂ ਹੀ ਹੁੰਦਾ ਹੈ, ਬਟ ਇਹਦੇ ਵਿੱਚ ਕੀ ਹੁੰਦੀਆਂ ਨੇ ਸਾਰੀਆਂ ਸਾਈਡਸ ਸੇਮ, ਯਾਨੀ ਕਿ ਇਹ ਵਾਲੀ ਸਾਈਡ ਵੀ ਇਹ ਵਾਲੀ ਸਾਈਡ ਵੀ ਆਲ ਸਾਈਡਸ ਆਰ ਇਕੁਅਲ। ਇਟ ਮੀਨਸ ਇੱਕ ਇਹ ਕੀ ਹੈਗਾ ਆ ਕਿਊਬ ਕੀ ਹੈ, ਇਟ ਇਜ਼ ਅ ਰੈਕਟੈਂਗੂਲਰ ਸੋਲਿਡ ਇਨ ਵਿਚ ਐਵਰੀ ਫੇਸ ਇਜ਼ ਸਕੁਅਰ। ਇਟ ਮੀਨਸ ਹਰ ਇੱਕ ਫੇਸ ਕਾਹਦਾ ਬਣਿਆ ਹੋਇਆ, ਸਕੁਅਰ ਦਾ ਬਣਿਆ ਹੋਇਆ। ਹੁਣ ਦੇਖੋ ਇਹ ਸਕੁਅਰ ਤੋਂ ਬਣਿਆ, ਤਾਂ ਸਕੁਅਰ ਦਾ ਆਪਾਂ ਨੂੰ ਪਤਾ ਹਰੇਕ ਸਾਈਡ ਕੀ ਹੁੰਦੀ ਹੈ ਇਕੁਅਲ। ਤਾਂ ਹਰੇਕ ਸਕੁਅਰ ਦਾ ਏਰੀਆ A² ਆ, ਤਾਂ ਇਹਦੇ ਕਿੰਨੇ ਫੇਸਿਸ ਨੇ 6 ਫੇਸਿਸ ਨੇ, ਤਾਂ 6 ਫੇਸਿਸ ਦਾ ਏਰੀਆ ਕੀ ਆ ਜਾਊਗਾ 6A²। ਤਾਂ ਇੱਥੇ ਲਿਖਿਆ ਹੋਇਆ 6 × ਐਜ ਦਾ ਹੋਲ ਸਕੁਅਰ, ਯਾਨੀ ਕਿ ਭੁਜਾ ਦਾ ਸਕੁਅਰ, ਭੁਜਾ ਗੁਣਾ ਭੁਜਾ × 6। ਤਾਂ ਜੇ ਆਪਾਂ ਟੌਪ ਨੂੰ ਇਨਕਲੂਡ ਨਾ ਕਰਨਾ ਹੋਵੇ ਅਤੇ ਬੋਟਮ ਨੂੰ ਵੀ ਨਾ ਇਨਕਲੂਡ ਕਰਨਾ ਹੋਵੇ, ਯਾਨੀ ਕਿ ਵਕਰ ਸਤ੍ਹਾ ਦਾ ਖੇਤਰਫਲ ਫਾਈਂਡ ਕਰਨਾ ਹੋਵੇ, ਤਾਂ ਉਹ ਕੀ ਆਊਗਾ ਇਹਦਾ 4A ਦਾ ਸਕੁਅਰ। ਯਾਨੀ ਕਿ ਸਿਰਫ ਆਪਾਂ ਬਾਉਂਡਰੀ ਜਿਹੜੇ ਮਤਲਬ ਕੰਧਾਂ, ਜਿਵੇਂ ਆਪਾਂ ਕਹਿ ਦਈਏ ਰੂਮ ਆ, ਰੂਮ ਕਿਊਬ ਸ਼ੇਪ ਦਾ, ਤਾਂ ਉਹਦੀਆਂ ਆਪਾਂ 4 ਵਾਲਸ ਦਾ ਏਰੀਆ ਫਾਈਂਡ ਕਰਨਾ, ਤਾਂ ਉਹ ਕੀ ਆ ਜਾਊਗਾ 4A ਦਾ ਸਕੁਅਰ। ਨੈਕਸਟ ਇਜ਼ ਡਾਇਗਨਲ ਆਫ ਦਾ ਫੇਸ ਆਫ ਦਾ ਕਿਊਬ। ਹੁਣ ਫੇਸ ਕੀ ਆ ਆਪਾਂ ਨੂੰ ਪਤਾ ਸਕੁਅਰ, ਤਾਂ ਸਕੁਅਰ ਦਾ ਡਾਇਗਨਲ ਕੀ ਹੁੰਦਾ ਵਿਕਰਨ, ਅਤੇ ਉਹ ਆਪਾਂ ਨੂੰ ਪਤਾ ਵੀ 90 ਡਿਗਰੀ ਆ, ਤਾਂ ਕਿੰਨਾ ਆ ਜਾਊਗਾ √A² + A², ਯਾਨੀ ਕਿ √2A। ਠੀਕ ਹੈ, ਇਹ ਬਣ ਗਿਆ ਸੀ 2A², ਰੂਟ ਮੈਂ ਅਲੱਗ ਅਲੱਗ ਕਰਤਾ ਤਾਂ ਇਹ ਬਾਹਰ ਨਿਕਲਿਆ ਹੀ, ਤਾਂ ਡਾਇਗਨਲ ਕੀ ਆ ਗਿਆ ਇਹਦਾ √2 × A। ਨੈਕਸਟ ਇਜ਼ ਡਾਇਗਨਲ ਆਫ ਅ ਕਿਊਬ। ਡਾਇਗਨਲ ਆਫ ਅ ਕਿਊਬ ਕਿੰਨਾ ਹੁੰਦਾ √3 × A। ਨੈਕਸਟ ਆਪਣੇ ਕੋਲ ਇਹਦੀ ਵੋਲਿਊਮ ਕੀ ਹੁੰਦੀ ਆ, ਵੋਲਿਊਮ ਹੁੰਦੀ ਹੈ A⁻3। ਜੇ ਵੋਲਿਊਮ ਗਿਵਨ ਹੋਵੇ ਤਾਂ ਐਜ ਕਿਵੇਂ ਫਾਈਂਡ ਕਰਨੀ ਆ, ਜਿਵੇਂ ਮੰਨ ਲਓ ਆਪਣੇ ਕੋਲ ਇਹ ਐਜ ਆਪਾਂ ਫਾਈਂਡ ਕਰਨੀ ਆ, ਹੁਣ ਇਹ ਵੋਲਿਊਮ ਦਿੱਤੀ ਆ, ਤਾਂ ਇਹ ਵਾਲਾ ਕਿਊਬ ਜਿਹੜਾ ਉੱਧਰ ਜਾ ਕੇ ਕੀ ਬਣ ਜਾਊਗਾ ਕਿਊਬ ਰੂਟ ਬਣ ਜਾਊਗਾ, ਯਾਨੀ ਕਿ ਵੋਲਿਊਮ ਦੀ ਪਾਵਰ ਆਪਾਂ ਕੀ ਕਰ ਦਾਂਗੇ 1/3 ਕਰ ਦਾਂਗੇ। ਨੈਕਸਟ ਆਪਾਂ ਅੱਜ ਸਿਲੰਡਰ ਵੀ ਡਿਸਕਸ ਕਰਾਂਗੇ। ਪਹਿਲਾਂ ਆਪਾਂ ਇਹਨਾਂ ਦੇ ਕੁਐਸਚਨਸ ਦੇਖਦੇ ਹਾਂ। ਜਿਵੇਂ ਕਿ ਪਹਿਲਾ ਕੁਐਸਚਨ ਦਿੱਤਾ ਹੋਇਆ ਲੇਟਰਲ ਸਰਫੇਸ ਏਰੀਆ ਆਫ ਕਿਊਬ। ਲੇਟਰਲ ਸਰਫੇਸ ਏਰੀਆ ਮਤਲਬ ਕਿ ਵਕਰ ਸਤ੍ਹਾ ਦਾ ਖੇਤਰਫਲ ਦਿੱਤਾ ਹੋਇਆ 256। ਹੁਣ ਵਕਰ ਸਤ੍ਹਾ ਦਾ ਖੇਤਰਫਲ ਕਿੰਨਾ ਹੁੰਦਾ 4A², ਕਾਹਦੀ ਇਕੁਅਲ ਦਿੱਤਾ ਹੋਇਆ 256 ਦੇ ਇਕੁਅਲ ਦਿੱਤਾ ਹੋਇਆ। ਤਾਂ A² ਆਪਾਂ ਇੱਥੋਂ ਫਾਈਂਡ ਕਰ ਲਾਂਗੇ, 256 ਦੀ 4 ਦੇ ਨਾਲ ਕਟਿੰਗ ਹੋ ਜੂਗੀ, 6 ਚੌਕਾ 24 ਅਤੇ ਇਹ 4 ਚੌਕੀ 16, 64 ਆ ਜੂਗਾ। ਯਾਨੀ ਕਿ ਇਹਨੂੰ ਆਪਾਂ ਕੀ ਲਿਖ ਸਕਦੇ ਹਾਂ 8 ਦਾ ਸਕੁਅਰ ਲਿਖ ਸਕਦੇ ਹਾਂ 64 ਨੂੰ। ਤਾਂ ਇੱਥੋਂ ਆਪਣੀ ਜਿਹੜੀ ਕਿਊਬ ਦੀ ਭੁਜਾ ਹੈਗੀ ਉਹ 8 ਸੈਂਟੀਮੀਟਰ ਆ ਗਈ। ਵੋਲਿਊਮ ਫਾਈਂਡ ਕਰਨ ਨੂੰ ਕਿਹਾ ਤਾਂ ਵੋਲਿਊਮ ਕਿੰਨੀ ਆ ਜੂਗੀ A⁻3, ਯਾਨੀ ਕਿ 8 ਦੀ ਪਾਵਰ 3, ਤਾਂ ਇਹ ਆ ਜੂਗੀ ਆਪਣੇ ਕੋਲੇ 512। 64 ਨੂੰ ਤੁਸੀਂ ਕੀ ਕਰ ਲਓ 8 ਨਾਲ ਮਲਟੀਪਲਾਈ ਕਰ ਲਓ ਤਾਂ 512 ਆ ਜੂਗੀ।
ਨੈਕਸਟ ਇਜ਼ ਸੈਕਿੰਡ ਕੁਐਸਚਨ, ਟੋਟਲ ਸਰਫੇਸ ਏਰੀਆ ਯਾਨੀ ਕਿ ਕੁੱਲ ਸਤ੍ਹਾ ਦਾ ਖੇਤਰਫਲ। ਕੁੱਲ ਸਤ੍ਹਾ ਦਾ ਖੇਤਰਫਲ ਕੀ ਹੁੰਦਾ 6a ਸਕੁਅਰ, ਜਿਹੜਾ ਕਿ ਗਿਵਨ ਆ 96। ਸੇਮ ਕੁਐਸਚਨ ਆ ਵੋਲਿਊਮ ਫਾਈਂਡ ਕਰਨੀ ਆ, ਤਾਂ ਇੱਥੋਂ a ਸਕੁਅਰ ਕਿੰਨਾ ਆ ਜਾਊਗਾ ਆਪਣੇ ਕੋਲੇ 96 ਡਿਵਾਈਡਡ ਬਾਈ 6। ਹੁਣ ਇਹਦੀ ਕਟਿੰਗ ਕਰ ਦੇਣੀ ਆ, ਕਿਹੜੇ ਟੇਬਲ 'ਤੇ ਜਾਂਦਾ ਦੇਖ ਲਓ। 2 ਦੇ ਟੇਬਲ 'ਤੇ ਕਟਿੰਗ ਕੀਤੀ ਤਾਂ ਇਹ ਹੋ ਗਿਆ 4 2 8, 8 2 16। 3 ਦੇ ਕਟਿੰਗ 3 'ਤੇ ਕੱਟਿਆ ਗਿਆ, ਫਿਰ 3 ਦੇ ਟੇਬਲ 'ਤੇ ਕੱਟਿਆ ਗਿਆ ਤਾਂ ਇਹ ਆ ਗਿਆ 16। a ਦਾ ਸਕੁਅਰ 16 ਆ ਗਿਆ ਤਾਂ 60 ਨੂੰ ਆਪਾਂ 4 ਸਕੁਅਰ 'ਚ ਲਿਖ ਸਕਦੇ ਹਾਂ, ਤਾਂ ਇਟ ਮੀਨਸ ਭੁਜਾ ਆ ਗਈ 4 ਸੈਂਟੀਮੀਟਰ। ਵੋਲਿਊਮ ਫਾਈਂਡ ਕਰਨੀ ਆ, ਵੋਲਿਊਮ ਹੁੰਦੀ ਹੈ a ਦੀ ਪਾਵਰ 3 ਯਾਨੀ ਕਿ 4 ਦੀ ਪਾਵਰ 3, ਤਾਂ ਇਹ ਆ ਜੂਗੀ 64 ਸੈਂਟੀਮੀਟਰ ਕਿਊਬ। ਹੁਣ ਆਪਾਂ ਨੂੰ ਵੋਲਿਊਮ ਆਫ ਕਿਊਬ ਗਿਵਨ ਆ 512। ਹੁਣ ਆਪਾਂ ਨੂੰ ਪਤਾ ਵੀ 512 ਕੀ ਹੁੰਦਾ 8 ਦਾ ਕਿਊਬ, ਤਾਂ ਭੁਜਾ ਕਿੰਨੀ ਆ ਗਈ 8 ਸੈਂਟੀਮੀਟਰ ਆ ਗਈ। ਹੁਣ ਆਪਾਂ ਕੀ ਫਾਈਂਡ ਕਰਨਾ, ਟੋਟਲ ਸਰਫੇਸ ਏਰੀਆ ਫਾਈਂਡ ਕਰਨਾ, ਤੇ ਟੋਟਲ ਸਰਫੇਸ ਏਰੀਆ ਆਪਾਂ ਨੂੰ ਪਤਾ ਕੀ ਹੁੰਦਾ 6a ਦਾ ਹੋਲ ਸਕੁਅਰ, ਯਾਨੀ ਕਿ ਕੀ ਆ ਜਾਊਗਾ 6 ਮਲਟੀਪਲਾਈ 8 ਮਲਟੀਪਲਾਈ 8। ਇਹਦੀ ਕੈਲਕੂਲੇਸ਼ਨ ਕਰ ਦੇਣੀ ਆ ਤੇ ਇਹ ਆਪਣਾ ਕੁਐਸਚਨ ਹੋ ਜਾਏਗਾ। ਨੈਕਸਟ ਕੁਐਸਚਨ ਦਿੱਤਾ ਹੋਇਆ 3 ਕਿਊਬਸ ਆਫ ਮੈਟਲ ਵਿਦ ਐਜਿਸ 3 ਸੈਂਟੀਮੀਟਰ 4 ਸੈਂਟੀਮੀਟਰ 5 ਸੈਂਟੀਮੀਟਰ। 3 ਘਣ ਦਿੱਤੇ ਹੋਏ ਆ, ਇੱਕ ਘਣ ਦੀ ਐਜ 3 ਸੈਂਟੀਮੀਟਰ ਆ, ਦੂਜੇ ਘਣ ਦੀ ਐਜ 4 ਸੈਂਟੀਮੀਟਰ ਆ, ਤੀਜੇ ਘਣ ਦੀ ਜਿਹੜੀ ਸਾਈਡ ਆ ਉਹ 5 ਸੈਂਟੀਮੀਟਰ ਆ। ਆਰ ਮੈਲਟਡ, ਮੈਲਟਡ ਦਾ ਮਤਲਬ ਉਹਨਾਂ ਨੂੰ ਪਿਘਲਾ ਲਿਆ। ਇਟ ਮੀਨਸ ਜਦੋਂ ਇੱਦਾਂ ਦੀ ਗੱਲ ਆ ਜੇ ਵੀ ਆਪਾਂ ਪਿਘਲਾ ਕੇ ਇੱਕ ਨਵੀਂ ਚੀਜ਼ ਬਣਾ ਲਈ, ਤਾਂ ਉਦੋਂ ਹਮੇਸ਼ਾ ਵੋਲਿਊਮ ਹੀ ਆਪਾਂ ਕੀ ਆ ਕੰਸੀਡਰ ਕਰਦੇ ਹਾਂ, ਕਿ ਜਦੋਂ ਜਿਹੜੀ ਵੀ ਚੀਜ਼ ਨੂੰ ਆਪਾਂ ਪਿਘਲਾ ਕੇ ਕਿਸੇ ਹੋਰ ਚੀਜ਼ ਦੇ ਵਿੱਚ ਕਨਵਰਟ ਕਰਾਂਗੇ ਤਾਂ ਉਹਦੀ ਜਿਹੜੀ ਆਇਤਨ ਹੋਊਗਾ ਉਹ ਸੇਮ ਹੀ ਰਹੂਗਾ। ਟੂ ਫੋਰਮ ਅ ਸਿੰਗਲ ਕਿਊਬ, ਹੁਣ ਆਪਾਂ ਕੀ ਕੀਤਾ 3 ਕਿਊਬ ਨੂੰ ਮੈਲਟ ਕਰਕੇ ਇੱਕ ਸਿੰਗਲ ਕਿਊਬ ਬਣਾ ਲਿਆ। ਇਹਦਾ ਮਤਲਬ ਆਪਾਂ ਕਹਾਂਗੇ ਵੀ ਜਿਹੜੀ ਉਹ ਵੱਡੇ ਕਿਊਬ ਦੀ ਵੋਲਿਊਮ ਹੋਊਗੀ ਉਹ ਕਾਹਦੇ ਬਰਾਬਰ ਹੋਊਗੀ, 3 ਛੋਟੇ ਕਿਊਬਸ ਦੀ ਵੋਲਿਊਮ ਦੇ ਬਰਾਬਰ। ਤੇ ਵੋਲਿਊਮ ਆਪਾਂ ਨੂੰ ਪਤਾ ਕਿਊਬ ਦੀ ਕੀ ਹੁੰਦੀ ਹੈ a ਦੀ ਪਾਵਰ 3। ਹੁਣ ਇਹਦਾ ਹੀ ਆਪਾਂ ਨੂੰ ਸਾਈਡ ਨਹੀਂ ਪਤਾ, ਬਟ ਆਪਾਂ ਨੂੰ ਪਤਾ ਵੀ ਪਹਿਲੇ ਕਿਊਬ ਦੀ ਸਾਈਡ ਕਿੰਨੀ ਸੀ 3, ਤਾਂ 3 ਦੀ ਪਾਵਰ 3 ਕਿੰਨਾ ਆ ਗਿਆ 27। ਦੂਜੇ ਦੀ ਸੀਗੀ 4, ਤਾਂ 4 ਦੀ ਪਾਵਰ 3 ਕਿੰਨਾ ਆ ਗਿਆ ਆਪਣੇ ਕੋਲੇ 64 ਪਲੱਸ V3 ਆਪਣੇ ਕੋਲ ਦਿੱਤਾ ਵਾ 5, 5 ਦਾ ਆਪਣੇ ਕੋਲ ਪਾਵਰ 3 ਆ ਜੂਗੀ 125। ਹੁਣ ਆਪਾਂ ਕੀ ਕਰ ਦਾਂਗੇ ਇਹਨਾਂ ਨੂੰ ਪਲੱਸ 125 ਤੇ 64 ਤੇ 27 ਨੂੰ, ਇਹ ਆਪਣੇ ਕੋਲ ਬਣ ਗਿਆ 93। 93 ਪਲੱਸ 125 ਆਪਣੇ ਕੋਲ ਬਣ ਗਿਆ 216। 216 ਕਿਹਦੀ ਪਾਵਰ 3 ਹੁੰਦਾ 6 ਦੀ ਪਾਵਰ 3, ਤਾਂ a ਦੀ ਪਾਵਰ 3 ਕਾਹਦੇ ਬਰਾਬਰ ਆ ਗਿਆ 6 ਦੀ ਪਾਵਰ 3। ਪਾਵਰ ਆਪਾਂ ਛੱਡ ਦਾਂਗੇ ਤਾਂ a ਆਪਣੇ ਕੋਲ ਭੁਜਾ ਹੈਗੀ ਉਹ 6 ਸੈਂਟੀਮੀਟਰ ਆ ਗਈ, ਜਿਹੜਾ ਵੱਡਾ ਕਿਊਬ ਬਣੂਗਾ ਉਹਦੀ ਭੁਜਾ। ਤਾਂ ਉਸ ਤੋਂ ਬਾਅਦ ਉਹ ਕਹਿੰਦੇ ਲਿਟਰਲ ਸਰਫੇਸ ਏਰੀਆ ਫਾਈਂਡ ਕਰੋ। ਲਿਟਰਲ ਸਰਫੇਸ ਏਰੀਆ ਯਾਨੀ ਕਿ ਵਕਰ ਸਤ੍ਹਾ ਦਾ ਖੇਤਰਫਲ। ਵਕਰ ਸਤ੍ਹਾ ਦਾ ਖੇਤਰਫਲ ਕੀ ਹੁੰਦਾ ਆ ਕਿਊਬ ਦਾ 4a ਦੀ ਪਾਵਰ 2, ਯਾਨੀ ਕਿ 4 ਗੁਣਾ 6 ਗੁਣਾ 6। ਤਾਂ ਇਹ ਆਪਣੇ ਕੋਲੇ ਕੈਲਕੂਲੇਟ ਕਰਕੇ ਆ ਗਿਆ 6 6 ਦਾ 36। 36 ਨੂੰ 4 ਨਾਲ ਮਲਟੀਪਲਾਈ ਕਰ ਲਓ, 6 4 ਦਾ 24, ਆਈ ਥਿੰਕ 144 ਇਹਦਾ ਆਨਸਰ ਆਏਗਾ। 36 ਨੂੰ ਮਲਟੀਪਲਾਈ ਕਰਕੇ ਦੇਖ ਲਓ 4 'ਤੇ 144 ਇਹਦਾ ਆਨਸਰ। ਨੈਕਸਟ ਕੁਐਸਚਨ ਇਜ਼ ਇਫ ਈਚ ਸਾਈਡ ਆਫ ਦ ਕਿਊਬ ਇਜ਼ ਡਬਲ ਦੈਨ ਇਟਸ ਵੋਲਿਊਮ। ਤਾਂ ਆਇਤਨ 'ਤੇ ਕੀ ਫਰਕ ਪਏਗਾ, ਆਇਤਨ ਇਜ਼ ਡਬਲ ਬਿਕਮ 4 ਟਾਈਮ, ਬਿਕਮ 6 ਟਾਈਮ, ਬਿਕਮ 8 ਟਾਈਮਸ। ਇਹ ਕੁਐਸਚਨ ਬਹੁਤ ਇੰਪੋਰਟੈਂਟ ਆ। ਹੁਣ ਆਪਾਂ ਕੀ ਕੀਤਾ ਕਿਊਬ ਦੀ ਮੰਨ ਲਓ ਪਹਿਲਾਂ ਭੁਜਾ ਆਪਾਂ a ਲੈ ਲਈ, a ਦਾ ਡਬਲ ਕੀ ਹੋ ਜਾਊਗਾ 2a। ਹੁਣ ਦੇਖੋ ਜਦੋਂ ਇੱਥੇ ਆਪਣੇ ਕੋਲ a ਸੀ ਸਾਈਡ ਤਾਂ ਵੋਲਿਊਮ ਕਿੰਨੀ ਸੀ a ਦੀ ਪਾਵਰ 3। ਹੁਣ ਆਪਣੇ ਕੋਲ ਵੋਲਿਊਮ ਕੀ ਬਣ ਗਈ 2a ਦੀ ਪਾਵਰ 3, ਯਾਨੀ ਕਿ 2 2 4 2 8 ਦੀ ਪਾਵਰ 3, ਤਾਂ ਕਿੰਨੇ ਟਾਈਮਸ ਹੋ ਗਈ 8 ਟਾਈਮਸ ਹੋ ਗਈ। ਨੈਕਸਟ ਕੁਐਸਚਨ ਇਜ਼ 2 ਕਿਊਬਸ ਦਿੱਤੇ ਹੋਏ ਨੇ ਹੈਵਿੰਗ ਦੇਅਰ ਵੋਲਿਊਮਸ ਇਨ ਦਾ ਰੇਸ਼ੋ, ਯਾਨੀ ਕਿ 2 ਕਿਊਬ ਦੀਆਂ ਵੋਲਿਊਮ ਦਾ ਰੇਸ਼ੋ ਕਿੰਨਾ ਦਿੱਤਾ ਹੋਇਆ 1:27। ਹੁਣ ਆਪਾਂ ਨੂੰ ਪਤਾ ਵੀ ਇਹਦੀ ਵੋਲਿਊਮ ਵੀ a ਕਿਊਬ ਹੋਊਗੀ ਅਤੇ ਇਹਦੀ ਵੋਲਿਊਮ ਵੀ ਆਪਣੇ ਕੋਲ ਮੰਨ ਲਓ ਕੋਈ b ਸਾਈਡ ਹੋਊਗੀ ਤਾਂ a ਕਿਊਬ ਹੋਊਗੀ। ਅਤੇ ਜੇ ਇਹਨੂੰ ਕਿਊਬ 'ਚ ਲਿਖੀਏ ਤਾਂ ਇਹਨੂੰ ਆਪਾਂ ਕੀ ਲਿਖ ਸਕਦੇ ਹਾਂ 1 ਦੀ ਪਾਵਰ 3 ਅਤੇ 3 ਦੀ ਪਾਵਰ 3। ਇਹਦਾ ਮਤਲਬ ਪਹਿਲੇ ਜਿਹੜਾ ਮਤਲਬ ਕੋਣ ਸੀ ਉਹਦੀ ਭੁਜਾ ਆ ਗਈ 1 ਸੈਂਟੀਮੀਟਰ, ਦੂਜੇ ਦੀ ਭੁਜਾ ਆ ਗਈ 3 ਸੈਂਟੀਮੀਟਰ। ਰੇਸ਼ੋ ਆਫ ਦੇਅਰ ਸਰਫੇਸ ਏਰੀਆ, ਹੁਣ ਸਰਫੇਸ ਏਰੀਆ ਦੀ ਗੱਲ ਕਰੀ ਪਈ ਆ ਤਾਂ ਆਪਾਂ ਨੂੰ ਪਤਾ ਪਹਿਲੇ ਦਾ ਸਰਫੇਸ ਏਰੀਆ ਮੰਨ ਲਓ 4a ਸਕੁਅਰ ਆ, ਦੂਜੇ ਦਾ ਵੀ ਮੰਨ ਲਓ 4b ਸਕੁਅਰ ਆ। ਆਪਾਂ ਨੂੰ ਪਤਾ ਦੂਜੇ ਦੀ ਭੁਜਾ ਪਹਿਲੇ ਨਾਲੋਂ ਵੱਖਰੀ ਆ, 4 ਨਾਲ 4 ਕੱਟਿਆ ਗਿਆ, ਇਹਦਾ ਮਤਲਬ ਭੁਜਾ ਦਾ ਜਿੰਨਾ ਵੀ ਅਨੁਪਾਤ ਆਇਆ ਆਪਾਂ ਉਹਦਾ ਕੀ ਕਰ ਦੇਣਾ ਸਕੁਅਰ। ਭੁਜਾ ਦਾ ਅਨੁਪਾਤ 1:3 ਆਇਆ ਸੀ ਤਾਂ ਏਰੀਏ ਦਾ ਅਨੁਪਾਤ ਕਿੰਨਾ ਆ ਜਾਊਗਾ 1:9।
ਤਾਂ ਇਹਦਾ ਮਤਲਬ ਇਹਦੇ ਵਿੱਚ ਫਾਰਮੂਲਾ ਜੇ ਨਹੀਂ ਵੀ ਯਾਦ ਤਾਂ ਆਪਾਂ ਸਿੱਧਾ ਯਾਦ ਰੱਖ ਸਕਦੇ ਹਾਂ ਕਿ ਜੇ ਮੰਨ ਲਓ ਆਪਣੇ ਕੋਲ ਭੁਜਾ ਦਾ ਅਨੁਪਾਤ ਦਿੱਤਾ ਤਾਂ ਜਿਹੜਾ ਸਰਫੇਸ ਏਰੀਏ ਦਾ ਅਨੁਪਾਤ ਹੁੰਦਾ ਉਹਦਾ ਡਬਲ ਹੁੰਦਾ ਅਤੇ ਆਇਤਨ ਦਾ ਅਨੁਪਾਤ ਕੀ ਹੁੰਦਾ ਉਹਦੀ ਪਾਵਰ 3 ਹੁੰਦਾ। ਜਿਵੇਂ ਮੰਨ ਲਓ ਹੋਰ ਕੁਐਸਚਨ ਮੈਂ ਤੁਹਾਨੂੰ ਦੇ ਦਾਂ ਕਿ ਸਪੋਜ਼ ਕਰ ਲਓ ਮੈਂ ਤੁਹਾਨੂੰ ਕਹਿ ਦਾਂ ਵੀ ਇੱਕ ਕਿਊਬ ਆ, 2 ਕਿਊਬ ਨੇ ਮੰਨ ਲਓ, ਦੋਨਾਂ ਦੀਆਂ ਸਾਈਡਾਂ ਦਾ ਰੇਸ਼ੋ 2:3 ਆ, ਤਾਂ ਉਹਦੀ ਸਰਫੇਸ ਏਰੀਏ ਦਾ ਅਨੁਪਾਤ ਦੱਸੋ। ਤਾਂ ਸਰਫੇਸ ਏਰੀਏ ਦਾ ਅਨੁਪਾਤ ਕੀ ਹੋ ਜਾਊਗਾ, ਇਹਦੀਆਂ ਪਾਵਰਾਂ 2 ਹੋ ਜਾਣੀਆਂ, ਯਾਨੀ ਕਿ 4:9 ਹੋ ਜਾਊਗਾ। ਅਤੇ ਜੇ ਇਹੀ ਕੁਐਸਚਨ ਆਇਆ ਹੁੰਦਾ ਕਿ ਵੋਲਿਊਮ ਦਾ ਅਨੁਪਾਤ ਦੱਸੋ ਤਾਂ ਇਹਦੀ ਪਾਵਰ ਕੀ ਕਰ ਦੇਣੀ ਸੀ, 3 ਕਰ ਦੇਣੀ ਸੀ। ਪਾਵਰ 3 ਕਰਾਂਗੇ ਤਾਂ 2 ਦੀ ਪਾਵਰ 3 8, 3 ਦੀ ਪਾਵਰ 3 ਕਿੰਨਾ ਆ ਜਾਣਾ ਸੀ, 27। ਤਾਂ ਵੋਲਿਊਮ ਦਾ ਅਨੁਪਾਤ ਕੀ ਬਣ ਜਾਣਾ ਸੀ, 8:27। ਤਾਂ ਆਈ ਥਿੰਕ ਜੇ ਹੁਣ ਕਿਊਬ ਦੇ ਟੌਪਿਕ ਦੇ ਵਿੱਚ ਕੋਈ ਵੀ ਕੁਐਸਚਨ ਰੇਸ਼ੋ ਦਾ ਆਉਂਦਾ ਤਾਂ ਬਹੁਤ ਸਿੰਪਲ ਆ, ਭਾਵੇਂ ਸਰਫੇਸ ਏਰੀਆ ਵਕਰ ਸਤ੍ਹਾ ਵਾਲਾ ਹੋਵੇ ਭਾਵੇਂ ਦੂਜਾ ਹੋਵੇ, ਕਿਉਂਕਿ ਜੇ ਦੂਜਾ ਹੋਊਗਾ ਤਾਂ ਵੀ 6a² ਅਤੇ 6a² ਨੂੰ ਡਿਵਾਈਡ ਕਰਾਂਗੇ, 6 ਨਾਲ 6 ਕੱਟੀ ਜਾਊਗੀ, ਜਿੰਨਾ ਸਾਈਡਾਂ ਦਾ ਅਨੁਪਾਤ ਹੋਊਗਾ ਬਸ ਆਪਾਂ ਉਹਨਾਂ ਦਾ ਕੀ ਕਰ ਦੇਣਾ, ਪਾਵਰ 2 ਕਰ ਦੇਣੀ ਆ। ਨੈਕਸਟ ਕੁਐਸਚਨ ਕੀ ਆ, ਲੇਟਰਲ ਸਰਫੇਸ ਏਰੀਆ ਆਫ ਸਿਲੰਡਰ ਕੀ ਹੁੰਦਾ ਆ। ਤਾਂ ਸਭ ਤੋਂ ਪਹਿਲਾਂ ਆਪਾਂ ਸਿਲੰਡਰ ਨੂੰ ਥੋੜ੍ਹਾ ਜਿਹਾ ਡਿਸਕਸ ਕਰ ਲਈਏ। ਸਿਲੰਡਰ ਕੀ ਹੁੰਦਾ ਆ, ਵੇਲਨ। ਮੰਨ ਲਓ ਇਹਦੀ ਹਾਈਟ ਹੈਗੀ ਆ h ਅਤੇ ਇਹਦੇ ਜਿਹੜਾ ਬੇਸ ਆ ਉਹ ਚੱਕਰ ਦਿੱਤਾ ਹੋਇਆ ਜਿਹਦਾ ਰੇਡੀਅਸ r ਆ। ਤਾਂ ਇਹਦਾ ਵਕਰ ਸਤ੍ਹਾ ਦਾ ਖੇਤਰਫਲ ਯਾਨੀ ਕਿ ਲੇਟਰਲ ਸਰਫੇਸ ਏਰੀਆ ਜਿਹੜਾ ਉਹ ਹੁੰਦਾ 2πRh, 2πRh। ਅਤੇ ਇਹਦਾ ਜਿਹੜੀ ਵੋਲਿਊਮ ਆ ਯਾਨੀ ਕਿ ਆਇਤਨ ਆ ਉਹ ਹੁੰਦਾ ਇਹਦਾ πr²h। ਅਤੇ ਟੋਟਲ ਸਰਫੇਸ ਏਰੀਆ ਯਾਦ ਕਰਨ ਦੀ ਜ਼ਰੂਰਤ ਨਹੀਂ, ਟੋਟਲ ਸਰਫੇਸ ਏਰੀਏ ਦੇ ਵਿੱਚ ਵਕਰ ਸਤ੍ਹਾ ਦਾ ਖੇਤਰਫਲ ਤਾਂ ਆਪਾਂ ਐਡ ਕਰਨਾ ਹੀ ਕਰਨਾ, ਪਲੱਸ ਆਹ ਵਾਲੇ ਚੱਕਰ ਦਾ ਖੇਤਰਫਲ ਅਤੇ ਉੱਪਰ ਵਾਲੇ ਚੱਕਰ ਦਾ ਖੇਤਰਫਲ। ਅਤੇ ਚੱਕਰ ਦਾ ਖੇਤਰਫਲ ਹੁੰਦਾ πr² ਅਤੇ ਇਹਦਾ ਵੀ πr² ਹੋਊਗਾ, ਤਾਂ ਟੋਟਲ ਕੀ ਐਡ ਕਰ ਦਾਂਗੇ, 2πr²। ਇਹ ਸੀਗੇ ਆਪਣੇ ਸਿਲੰਡਰ ਦੇ 3 ਫਾਰਮੂਲੇ। ਹੁਣ ਕੁਐਸਚਨ ਦੇਖਦੇ ਹਾਂ, ਤਾਂ ਲਿਟਰਲ ਸਰਫੇਸ ਏਰੀਆ ਕੀ ਹੋਊਗਾ, 2πRh। ਨੈਕਸਟ ਕੁਐਸਚਨ ਆਪਣੇ ਕੋਲ ਇੱਦਾਂ ਦਾ ਕੁਐਸਚਨ ਸੇਮ ਜਿਹੜਾ 2364 ਪੋਸਟਾਂ ਸੀ, ਸੇਮ ਕੁਐਸਚਨ ਇੱਦਾਂ ਦਾ ਪੇਪਰ ਦੇ ਵਿੱਚ ਆਇਆ ਹੋਇਆ ਸੀ। ਇੱਕ ਕੋਨ ਦਾ ਕੁਐਸਚਨ ਆਇਆ ਹੋਇਆ ਸੀ, ਇੱਕ ਸਿਲੰਡਰ ਦਾ ਕੁਐਸਚਨ ਆਇਆ ਹੋਇਆ ਸੀ। ਜਿਹੜਾ ਕੋਨ ਦਾ ਕੁਐਸਚਨਸ ਨੇ, ਕੋਨ ਦੇ, ਸਫੇਅਰ ਦੇ, ਹੈਮੀਸਫੇਅਰ ਦੇ, ਉਹ ਆਪਾਂ ਨੈਕਸਟ ਵੀਡੀਓ ਦੇ ਵਿੱਚ ਕਰਾਂਗੇ। ਇਹਦੇ ਵਿੱਚ ਮੈਂ ਸਿਰਫ ਘਣਾਵ ਅਤੇ ਬੇਲਨ ਹੀ ਕਰਵਾਵਾਂਗੀ, ਜਿਹਦੇ ਵਿੱਚ ਆਪਾਂ ਕਿਊਬ ਅਤੇ ਘਣਾਵ ਕਵਰ ਅਪ ਕਰ ਲਿਆ, ਸਿਰਫ ਸਿਲੰਡਰ ਦੇ ਕੁਐਸਚਨਸ ਆਪਾਂ ਕਰਾਂਗੇ। ਤਾਂ ਕੁਐਸਚਨ ਦਿੱਤਾ ਹੋਇਆ, ਰੇਡੀਅਸ ਆਫ 2 ਸਿਲੰਡਰਸ ਆਰ ਇਨ ਰੇਸ਼ੋ 2:3। 2 ਸਿਲੰਡਰ ਸੀ, ਇੱਕ ਦਾ ਰੇਡੀਅਸ ਮੰਨ ਲਓ r1 ਆ, ਇੱਕ ਦਾ ਰੇਡੀਅਸ ਮੰਨ ਲਓ r2 ਆ, ਤਾਂ ਉਹਨਾਂ ਦਾ ਅਨੁਪਾਤ ਕਿੰਨਾ ਦਿੱਤਾ, 2:3। ਤਾਂ ਇਹਨੂੰ ਆਪਾਂ ਕੀ ਲਿਖ ਸਕਦੇ ਹਾਂ, 2/3 ਲਿਖ ਸਕਦੇ ਹਾਂ। ਅਤੇ ਹਾਈਟ ਦਾ ਅਨੁਪਾਤ ਦਿੱਤਾ ਹੋਇਆ 5:3। ਹੁਣ ਉਹਨਾਂ ਨੇ ਪੁੱਛਿਆ ਕਰਡ ਸਰਫੇਸ ਏਰੀਆ ਫਾਈਂਡ ਕਰਨਾ। ਹੁਣ ਇਹਨਾਂ ਦਾ ਅਲੱਗ-ਅਲੱਗ, ਹੁਣ ਦੇਖੋ r1 ਆਪਣੇ ਕੋਲ 2 ਆ ਗਿਆ, r2 ਆਪਣੇ ਕੋਲ 3 ਆ ਗਿਆ, h1 ਆਪਣੇ ਕੋਲ 5 ਆ ਗਈ, h2 ਆਪਣੇ ਕੋਲ 3 ਆ ਗਈ। ਕਰਡ ਸਰਫੇਸ ਏਰੀਆ ਦਾ ਆਪਾਂ ਅਨੁਪਾਤ ਫਾਈਂਡ ਕਰਨਾ, ਤਾਂ ਆਪਾਂ ਅਲੱਗ-ਅਲੱਗ ਕੈਲਕੂਲੇਸ਼ਨ ਨਹੀਂ ਕਰਨ ਲੱਗ ਜਾਣੀ, ਕਿਉਂਕਿ 2πRh ਪਹਿਲਾਂ ਪਾਈ ਦੀ ਵੈਲਿਊ ਪੁੱਟ ਕਰੋਗੇ, ਫਿਰ ਰੇਡੀਅਸ ਪੁੱਟ ਕਰੋਗੇ, ਫਿਰ ਹਾਈਟ ਪੁੱਟ ਕਰੋਗੇ, ਪੁਆਇੰਟਾਂ 'ਚ ਆਨਸਰ ਆ ਜੂ। ਰੇਸ਼ੋ ਫਾਈਂਡ ਕਰਨਾ ਤਾਂ ਸਪੋਜ਼ ਕਰ ਲਓ ਆਪਾਂ ਪਹਿਲੇ ਦਾ ਏਰੀਆ ਇਹ ਆ ਗਿਆ, ਦੂਜੇ ਦਾ ਏਰੀਆ ਇਹ ਆ ਗਿਆ, ਤਾਂ ਇਹਨਾਂ ਨੂੰ ਅਨੁਪਾਤ 2π ਸਿੱਧਾ ਡਿਵਾਈਡ ਕਰਤਾ, ਤਾਂ ਰੇਡੀਅਸ ਦਾ ਅਨੁਪਾਤ ਅਤੇ ਹਾਈਟ ਦੇ ਅਨੁਪਾਤ ਨੂੰ ਕੀ ਕਰ ਦੇਣਾ, ਮਲਟੀਪਲਾਈ ਕਰ ਦੇਣਾ, ਤਾਂ ਉਹੀ ਆਪਣਾ ਕੀ ਆ ਜਾਊਗਾ, ਆਨਸਰ ਆ ਜਾਊਗਾ। ਯਾਨੀ ਕਿ 10 ਅਨੁਪਾਤ 9, ਯਾਨੀ ਕਿ 10/9 ਆਪਣੇ ਕੋਲ ਕੀ ਆ ਗਿਆ, ਏਰੀਏ ਦਾ ਅਨੁਪਾਤ ਆ ਗਿਆ। ਤਾਂ ਕਲੀਅਰਲੀ ਇਹਦੇ ਵਿੱਚ ਕੀ ਆ, ਆਪਾਂ ਲੰਮੀ ਕੈਲਕੂਲੇਸ਼ਨ ਨਹੀਂ ਕਰਨੀ, ਆਪਾਂ ਫਾਰਮੂਲਾ ਡਿਵਾਈਡ ਕਰਕੇ ਜਿਹੜੀ ਪਾਈ ਦੀ ਵੈਲਿਊ ਡਿਵਾਈਡ ਹੁੰਦੀ ਆ ਉਹ ਡਿਵਾਈਡ ਕਰ ਦੇਣੀ ਆ, ਅਤੇ ਰੇਡੀਅਸ ਦਾ ਰੇਸ਼ੋ ਅਤੇ ਵੋਲਿਊਮ ਦੀ ਰੇਸ਼ੋ ਨੂੰ ਕੀ ਕਰ ਦੇਣਾ, ਜਸਟ ਪ੍ਰੋਡਕਟ ਕਰ ਦੇਣਾ। ਨੈਕਸਟ ਇਜ਼ ਦ ਕਰਡ ਸਰਫੇਸ ਏਰੀਆ ਇਜ਼ ਗਿਵਨ 264, ਵੋਲਿਊਮ ਗਿਵਨ ਆ, ਹਾਈਟ ਫਾਈਂਡ ਕਰਨੀ ਆ। ਤਾਂ ਸੇਮ ਆ, ਆਪਾਂ ਨੂੰ ਪਤਾ ਵੀ ਕਰਡ ਸਰਫੇਸ ਏਰੀਆ ਵਕਰ ਸਤ੍ਹਾ ਦਾ ਖੇਤਰਫਲ ਆਪਾਂ ਨੂੰ ਗਿਵਨ ਆ 264, ਅਤੇ ਵੋਲਿਊਮ ਆਪਣੇ ਕੋਲ ਹੁੰਦੀ ਆ πr²h 924। ਹੁਣ ਆਪਾਂ ਫਾਈਂਡ ਕਰਨੀ ਆ ਹਾਈਟ। ਹੁਣ ਇੱਕ ਤਾਂ ਹੈਗੀ ਆ ਕੈਲਕੂਲੇਸ਼ਨ ਵੀ 22/7 ਪੁੱਟ ਕਰ ਲਓ ਹਾਈਟ, ਅਤੇ ਰੇਡੀਅਸ ਦੇ ਵਿੱਚ ਇਕੁਏਸ਼ਨਸ ਆ ਜਾਣਗੀਆਂ, ਸੋਲਵ ਕਰ ਲਓ। ਦੂਸਰਾ ਮੈਥਡ ਕੀ ਹੈ ਕਿ ਦੋਨੋਂ ਇਕੁਏਸ਼ਨਸ ਨੂੰ ਡਿਵਾਈਡ ਕਰ ਦਿਓ। ਜਦੋਂ ਦੋਨੋਂ ਇਕੁਏਸ਼ਨਸ ਨੂੰ ਡਿਵਾਈਡ ਕਰਾਂਗੇ ਤਾਂ ਆਹ ਚੀਜ਼ ਬਣ ਜੂਗੀ, ਹਾਈਟ ਨਾਲ ਹਾਈਟ ਕੈਂਸਲ, ਪਾਈ ਨਾਲ ਪਾਈ ਕੈਂਸਲ, ਇਹਨਾਂ ਦੀ ਕਟਿੰਗ ਕਰ ਦਿਓ, ਇਹਨਾਂ ਦੀ ਇੱਕ r ਨਾਲ r ਕੈਂਸਲ, ਤਾਂ ਸਿਰਫ r ਦੀ ਵੈਲਿਊ ਆਪਣੇ ਕੋਲ ਆ ਜੂਗੀ।
आर की वैल्यू कितनी आऊगी कटिंग करके देख लो, ये 2 की टेबल से कट्टिया गया 132, आ 2 की कटिंग कर दो, फिर 2 की टेबल से कट्टिया गया 6 2 12, 6 2 12 तो 2 4 8, 6 2 12 एंड 4 2 2 2 4 एंड अगेन 6 के 2 की टेबल से कट्टिया गया तो 2 2 4, 3 2 6 एंड 2 1 1, 2 1 2। उस तो बाद ये कटिंग ਇਹਦੀ ਕਟਿੰਗ 11 ਦੇ ਟੇਬਲ 'ਤੇ ਹੋ ਜੂਗੀ। 11 ਦੇ ਟੇਬਲ 'ਤੇ ਕਟਿੰਗ ਕਰਾਂਗੇ ਤਾਂ 11 3 33 ਐਂਡ 11 2 22 ਐਂਡ 11 1 11 ਐਂਡ ਇਹ 3 ਦੀ ਟੇਬਲ 'ਤੇ ਕਟਿੰਗ ਹੋ ਗਈ ਤਾਂ ਇੱਥੇ ਆ ਗਿਆ 7। ਇਟ ਮੀਨਸ ਜਿਹੜਾ ਰੇਡੀਅਸ ਦੀ ਵੈਲਿਊ ਆ ਉਹ 7 ਆ ਗਈ। ਹੁਣ ਹਾਈਟ ਦੀ ਵੈਲਿਊ ਨੂੰ ਨਹੀਂ 7 ਪੁੱਟ ਕੱਟ ਦੇਣਾ, ਆਪਣੇ ਕੋਲ ਸਿਰਫ ਕੀ ਆਇਆ ਰੇਡੀਅਸ ਆਇਆ। ਰੇਡੀਅਸ ਆ ਗਿਆ ਤਾਂ ਦੁਬਾਰਾ ਆਪਾਂ ਰੇਡੀਅਸ ਦੀ ਵੈਲਿਊ ਕਿੱਥੇ ਪੁੱਟ ਕਰ ਦਾਂਗੇ ਕਰਵਡ ਸਰਫੇਸ ਏਰੀਏ ਦੇ ਵਿੱਚ, ਜੋ ਕਿ ਆਪਾਂ ਨੂੰ ਦਿੱਤਾ ਹੋਇਆ 264। 7 ਨਾਲ 7 ਕਟਿੰਗ ਹੋ ਗਈ, ਇਹਦੀ 2 ਨਾਲ ਕਟਿੰਗ ਕਰ ਦਿਓ ਤਾਂ ਇੱਥੇ ਆਪਣੇ ਕੋਲ 132 ਆ ਜਾਊਗਾ। ਇਹਦੀ 11 ਦੇ ਟੇਬਲ 'ਤੇ ਕਟਿੰਗ ਕਰ ਦਿਓ ਤਾਂ ਇਟ ਮੀਨਸ ਹਾਈਟ ਦੀ ਵੈਲਿਊ ਕੀ ਆ ਗਈ 6 ਆ ਗਈ। ਆ ਕਟਿੰਗ ਦੇਖ ਲੈਣਾ ਕਿੱਦਾਂ ਕੀਤੀ ਆ। 22 ਦੀ ਪਹਿਲਾਂ ਮੈਂ 11 ਦੇ ਟੇਬਲ 'ਤੇ ਕਟਿੰਗ ਕਰਤੀ, 264 ਦੀ ਕਟਿੰਗ ਪਹਿਲਾਂ 2 ਨਾਲ ਕੀਤੀ ਸੀ ਤਾਂ 132 ਆਇਆ ਸੀ। 132 ਨੂੰ 11 ਦੇ ਟੇਬਲ 'ਤੇ ਕਟਿੰਗ ਕੀਤਾ ਤਾਂ 12 ਆ ਗਿਆ ਅਤੇ 22 ਦੀ ਜਗ੍ਹਾ 'ਤੇ 2 ਆ ਗਿਆ। 2 ਦੀ ਫਿਰ ਮੈਂ 12 ਨਾਲ ਕਟਿੰਗ ਕਰਤੀ ਤਾਂ 6 ਆ ਗਿਆ। ਇਟ ਮੀਨਸ ਹਾਈਟ ਕਿੰਨੀ ਆ ਗਈ ਆਪਣੀ 6 ਸੈਂਟੀਮੀਟਰ ਆ ਗਈ। ਨੈਕਸਟ ਕੁਐਸਚਨ ਆਈ ਥਿੰਕ ਰਿਪੀਟ ਕਰ ਗਿਆ ਨਹੀਂ, ਪਿਛਲੇ ਕੁਐਸਚਨ ਦੇ ਵਿੱਚ ਕਰਵਡ ਸਰਫੇਸ ਏਰੀਏ ਦਾ ਰੇਸ਼ੋ ਪੁੱਛਿਆ ਗਿਆ ਸੀ ਅਤੇ ਇਸ ਕੁਐਸਚਨ ਦੇ ਵਿੱਚ ਸੇਮ ਆ। ਰੇਡੀਅਸ ਦਾ ਰੇਸ਼ੋ ਗਿਵਨ ਆ, ਹਾਈਟ ਦਾ ਰੇਸ਼ੋ ਗਿਵਨ ਆ ਅਤੇ ਵੋਲੀਅਮ ਦਾ ਰੇਸ਼ੋ ਪੁੱਛਿਆ। ਹੁਣ ਆਪਾਂ ਨੂੰ ਪਤਾ ਵੀ ਵੋਲੀਅਮ ਦਾ ਰੇਸ਼ੋ ਵੋਲੀਅਮ ਕੀ ਹੁੰਦੀ ਆ πr² h, ਅਤੇ ਦੂਸਰੇ ਸਿਲੰਡਰ ਦੀ ਵੋਲੀਅਮ ਵੀ ਕੀ ਹੋਊਗੀ πr² h। ਇਟ ਮੀਨਸ ਫਾਰਮੂਲੇ ਦੇ ਵਿੱਚ ਕੀ ਬਣ ਗਿਆ ਕਿ ਦੋਨੋਂ ਹਾਈਟ ਦੇ ਰੇਸ਼ੋ ਨੂੰ ਅਤੇ ਰੇਡੀਅਸ ਦੇ ਰੇਸ਼ੋ ਦਾ ਸਕੇਅਰ ਕਰ ਲੈਣਾ, ਤਾਂ ਯਾਨੀ ਕਿ 2/3 ਮਲਟੀਪਲਾਈ 2/3 ਮਲਟੀਪਲਾਈ ਕੀ ਕਰ ਦੇਣਾ 5/3, ਤਾਂ ਇਹ ਆ ਗਿਆ 5 2 10, 10 2 20 ਡਿਵਾਈਡਡ ਬਾਈ 27, ਯਾਨੀ ਕਿ ਰੇਸ਼ੋ ਕੀ ਆ ਗਿਆ 20:27। ਹਾਂਜੀ, ਇਹ ਕੁਐਸਚਨ ਸਾਰੇ ਸਿਲੰਡਰ ਦੇ ਕਵਰ ਅਪ ਹੋ ਗਏ ਨੇ। ਨੈਕਸਟ ਇੱਕ ਲਾਸਟ ਕੁਐਸਚਨ ਹੋਰ ਹੈ। ਇਨ ਅ ਸਿਲੰਡਰ ਇਫ ਦ ਰੇਡੀਅਸ ਇਜ਼ ਹਾਫ, ਯਾਨੀ ਕਿ ਰੇਡੀਅਸ ਆਪਾਂ ਕੀ ਕਰਤਾ ਹਾਫ ਕਰਤਾ, ਤਾਂ ਸਪੋਜ਼ ਕਰ ਲਓ ਪਹਿਲਾਂ ਰੇਡੀਅਸ r ਸੀ, ਹੁਣ ਆਪਾਂ ਕਿੰਨਾ ਕਰਤਾ r/2 ਕਰਤਾ, ਐਂਡ ਹਾਈਟ ਇਜ਼ ਡਬਲ, ਤਾਂ ਸਪੋਜ਼ ਕਰ ਲਓ ਪਹਿਲਾਂ ਹਾਈਟ h ਸੀ, ਵੋਲੀਅਮ ਹਾਈਟ ਆਪਾਂ ਹੁਣ ਕਿੰਨੀ ਕਰਤੀ 2h ਕਰਤੀ, ਤਾਂ ਵੋਲੀਅਮ ਵਿਲ ਬੀ, ਇੱਥੇ ਵੋਲੀਅਮ ਕਿੰਨੀ ਸੀ πr² h, ਇੱਥੇ ਜੇ ਆਪਾਂ ਵੋਲੀਅਮ ਫਾਈਂਡ ਕਰੀਏ ਤਾਂ ਪਾਈ ਮਲਟੀਪਲਾਈ r/2 ਮਲਟੀਪਲਾਈ r/2 ਮਲਟੀਪਲਾਈ 2h, 2 ਨਾਲ 2 ਕੈਂਸਲ ਹੋ ਗਿਆ ਤਾਂ ਇਟ ਮੀਨਸ ਇੱਕ 2 ਆਊਗਾ, ਯਾਨੀ ਕਿ 1/2 πr² h। ਇਟ ਮੀਨਸ ਵੋਲੀਅਮ ਕੀ ਹੋ ਗਈ ਆਪਣੀ ਹਾਫ ਹੋ ਗਈ। ਤਾਂ ਇਹ ਤਿੰਨੋਂ ਟੌਪਿਕ ਕਵਰ ਹੋ ਗਏ ਨੇ। ਤਾਂ ਪਲੀਜ਼ ਜਿਹਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਐਂਡ ਜੇ ਕੋਈ ਵੀ ਡਾਊਟ ਆਉਂਦਾ ਤਾਂ ਤੁਸੀਂ ਟੈਲੀਗ੍ਰਾਮ ਅਤੇ ਗਰੁੱਪ ਦੇ ਵਿੱਚ ਸ਼ੇਅਰ ਕਰ ਸਕਦੇ ਹੋ। ਜੇ ਇਹਦੇ ਵੀ ਇਸ ਟੌਪਿਕ ਦੇ ਕੋਈ ਕੁਐਸਚਨਸ ਦੇ ਡਾਊਟ ਨੇ ਤਾਂ ਮੈਂ ਸਭ ਦੇ ਡਾਊਟ ਜ਼ਰੂਰ ਕਲੀਅਰ ਕਰਾਂਗੀ, ਐਂਡ ਇੱਦਾਂ ਹੀ ਸਪੋਰਟ ਕਰਦੇ ਰਹੋ। ਥੈਂਕਸ ਐਂਡ ਹੈਵ ਅ ਨਾਈਸ ਡੇ।